ਬਹੁਤ ਲੋਕਾਂ ਦੇ ਫੋਨ ਤੇ ਆਉਂਦੇ ਨੇ ਕਿ ਅਸੀਂ ਧਿਆਨ ਸਿੱਖਣਾ ਚਾਹੁੰਦੇ ਹਾਂ, ਅਸੀਂ ਕਰਨਾ ਚਾਹੁੰਦੇ ਹਾਂ, ਲੇਕਿਨ ਜਿਸ ਵੇਲੇ ਕਰਨ ਦੀ ਵਾਰੀ ਆਉਂਦੀ ਨਾ ਤੇ ਉਸ ਵੇਲੇ ਬੰਦੇ ਸਮਝਦੇ ਨੇ ਕਿ ਨਹੀਂ, ਸਾਡੀ ਜਗ੍ਹਾ ਕੋਈ ਦੂਜਾ ਕਰ ਲੇ ਤੇ ਦੂਜੇ ਦੇ ਕਰਨ ਨਾਲ ਤੁਹਾਨੂੰ ਥੋੜੀ ਕੁਝ ਫਾਇਦਾ ਹੋਏਗਾ। ਤੇ ਬਹੁਤ ਹੈਰਾਨੀ ਹੁੰਦੀ ਹੈ ਕਿ ਲੋਕੀ ਰਸਤਾ ਤੇ ਢੂੰਡ ਰਹੇ ਨੇ ਤੇ ਰਸਤਾ ਸਾਹਮਣੇ ਦਿਸ ਹਾਂਜੀ ਵੀ ਰਿਹਾ ਪਰ ਫਿਰ ਚੱਲਣਾ ਨਹੀਂ। ਸ਼ੁਰੂ ਵਿੱਚ ਤੇ ਔਖਾ ਲੱਗਦਾ ਥੋੜਾ, ਜਦ ਤੱਕ ਬੈਠਿਆ ਨਹੀਂ ਜਾਂਦਾ, ਲੇਕਿਨ ਸੌਖਾ ਹੈ। ਔਖਾ ਹਾਂਜੀ ਨਹੀਂ ਹੈ। ਹੁਣ ਸਾਹ ਲੈਣਾ ਸੌਖਾ ਹੈ ਕਿ ਔਖਾ ਹੈ? ਆਪੇ ਹੀ ਇਹ ਚੱਲ ਤਾਂ ਰਿਹਾ ਨਾ। ਸੌਖਾ। ਅਸੀਂ ਤੇ ਕੁਝ ਨਹੀਂ ਕਰ ਹਾਂਜੀ ਰਹੇ ਨਾ, ਆਪੇ ਸੌਖਾ ਹੀ ਚੱਲ ਰਿਹਾ ਹਾਂਜੀ ਤੇ ਬਸ ਉਹਨੂੰ ਮਹਿਸੂਸ ਹੀ ਹਾਂਜੀ ਕਰਨਾ। ਕੋਈ ਹੋਰ ਤੇ ਇਹੋ ਜਿਹਾ ਕੋਈ ਤਪੱਸਿਆ ਜੰਗਲਾਂ ਵਿੱਚ ਜਾ ਕੇ ਖਾਣਾ ਪੀਣਾ ਛੱਡ ਕੇ ਉਹਦੇ ਤੇ ਕੁਝ ਕਰਨਾ ਨਹੀਂ, ਘਰ ਪਰਿਵਾਰ 'ਚ ਰਹਿ ਕੇ ਬਸ ਆਪਣੇ ਸਵਾਸਾਂ ਨੂੰ ਮਹਿਸੂਸ ਕਰਨਾ ਹੈ, ਆਪਣੇ ਸਵਾਸਾਂ ਨਾਲ ਦੋਸਤੀ ਹਮ ਕਰਨੀ, ਬਸ ਇੰਨਾ ਹੀ ਕੰਮ ਹੈ। ਬਾਕੀ ਕੰਮ ਸਾਰਾ ਸਵਾਸ ਆਪੇ ਕਰ ਲੈਣਗੇ। ਪਰ ਉਹ ਕਿਉਂਕਿ ਸਾਨੂੰ ਸਮਝ ਨਹੀਂ ਆਉਂਦੀ ਤੇ ਸਾਨੂੰ ਲੱਗਦਾ ਕਿ ਇੱਕ ਬੜੀ ਔਖੀ ਜਿਹੀ ਹਾਂਜੀ ਕੋਈ ਵਿਧੀ ਹੋਏਗੀ, ਬੜਾ ਔਖਾ ਜਿਹਾ ਕੋਈ ਪ੍ਰਵਚਨ ਦੇਗਾ, ਕੁਝ ਉਹ ਕਰੇਗਾ ਤੇ ਸ਼ਾਇਦ ਉਹਦੇ ਨਾਲ ਕੁਝ ਹੋਏਗਾ। ਤੇ ਔਖਾ ਤੇ ਹੈ ਹੀ। ਲੋਕਾਂ ਨੇ ਹਾਂਜੀ ਦੱਸ ਦੱਸ ਕੇ ਔਖਾ ਕਰ ਦਿੱਤਾ, ਔਖਾ ਹੈ ਨਹੀਂ। ਤੇ ਇਸ ਲਈ ਜਿਸ ਵੇਲੇ ਕਰਨੇ ਆ ਫਿਰ ਹੌਲੀ ਹੌਲੀ ਆਪੇ ਹੀ ਸਮਝ ਆਉਣ ਲੱਗ ਜਾਂਦੀ ਹੈ, ਆਪੇ ਪਤਾ ਲੱਗਣ ਲੱਗ ਜਾਂਦਾ ਹੈ। ਪਰਿਵਾਰ ਨੂੰ ਅਸੀਂ ਗੱਲ ਕੀਤੀ ਸੀ। ਇਹ ਇੱਕ ਪੁਸਤਕ ਹੈ, ਯੂ ਕੈਨ ਹੀਲ ਯੂਅਰ ਲਾਈਫ। ਇਹ ਪੰਜਾਬੀ 'ਚ ਵੀ ਹੈ, ਹਿੰਦੀ 'ਚ ਵੀ ਹੈ, ਅੰਗਰੇਜ਼ੀ 'ਚ ਵੀ ਹੈ, ਗੁਜਰਾਤੀ 'ਚ ਵੀ ਹੈ, ਬਹੁਤ ਸਾਰੀਆਂ ਭਾਸ਼ਾਵਾਂ ਤੇ ਇਹਦੇ ਤੇ ਅਸੀਂ ਥੋੜੀ ਜਿਹੀ ਗੱਲ ਕੀਤੀ ਸੀ। ਮੈਂ ਵੀਡੀਓ ਵੀ ਸ਼ੇਅਰ ਕੀਤਾ ਕਿ ਇਹਦੇ ਵਿੱਚ ਜਿਹੜੀ ਲੇਖਕ ਹੈ ਲੇਡੀ, ਉਹਨੂੰ ਕੈਂਸਰ ਹੋ ਜਾਂਦਾ ਹੈ ਤੇ ਉਹ ਫਿਰ ਹਮ ਸਾਰੀਆਂ ਹੀ ਅਧਿਆਤਮਿਕ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਅਪਣਾ ਕੇ ਤੇ ਆਪਣੇ ਆਪ ਨੂੰ ਹਾਂਜੀ ਠੀਕ ਆਪ ਹੀ ਕਰਦੀ ਤੇ ਫਿਰ ਉਹ ਠੀਕ ਹੋ ਹਮ ਜਾਂਦੀ ਹੈ। ਤੇ ਫਿਰ ਉਹ ਲੋਕਾਂ ਨੂੰ ਸਿਖਾਉਣਾ ਸ਼ੁਰੂ ਕਰਦੀ ਹੈ ਕਿ ਸਾਡੇ ਵਿਚਾਰ ਜਿਹੜੇ ਨੇ ਉਹੀ ਸਾਡੀ ਬਿਮਾਰੀ ਦਾ ਕਾਰਨ ਨੇ। ਪੂਰੀ ਬੁੱਕ ਉਹਨੇ ਉਹਦੇ ਤੇ ਲਿਖੀ ਕਿ ਕਿਹੜੇ ਵਿਚਾਰ ਨਾਲ ਕਿਹੜੀ ਬਿਮਾਰੀ ਹੁੰਦੀ ਹੈ ਔਰ ਉਸ ਵਿਚਾਰ ਨੂੰ ਕਿਹੜੇ ਦੂਜੇ ਅੱਛੇ ਵਿਚਾਰ ਨਾਲ ਬਦਲਣਾ ਹੈ ਤੇ ਹੌਲੀ ਹੌਲੀ ਬਿਮਾਰੀ ਠੀਕ ਹੋਣ ਲੱਗ ਜਾਂਦੀ ਹੈ। ਤੇ ਉਹਨੇ ਪੂਰੀ ਇੱਕ ਇੱਕ ਸਰੀਰ ਦੇ ਅੰਗ ਦੇ ਬਾਰੇ 'ਚ, ਮੰਨ ਲਓ ਸਿਰ ਦਰਦ ਏ, ਅੱਖਾਂ ਨੂੰ ਦਰਦ ਏ, ਗਲਾ ਖਰਾਬ ਏ, ਹਾਰਟ ਅਟੈਕ ਏ, ਇਹਨੇ ਹਰ ਇੱਕ ਬਿਮਾਰੀ ਦੇ ਬਾਰੇ ਵਿੱਚ ਕਾਫੀ ਡੀਪ ਸਟੱਡੀ ਕਰਕੇ ਤੇ ਲੋਕਾਂ ਨਾਲ ਕਾਉਂਸਲਿੰਗ ਕਰ ਕਰਕੇ ਇਹਨੇ ਜੋ ਰਿਜ਼ਲਟ ਕੱਢੇ ਤੇ ਉਹ ਉਹਨੇ ਬੁੱਕ ਵਿੱਚ ਆਪਣੇ ਦੱਸੇ ਨੇ। ਤੇ ਪੂਰਾ ਇੱਕ ਟੇਬਲ ਦਿੱਤਾ ਹੈ ਕਿ ਕਿਹੜੀ ਬਿਮਾਰੀ ਕਿਹੜੇ ਥਾਟ ਨਾਲ ਹੁੰਦੀ ਹੈ ਔਰ ਉਸ ਥਾਟ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਮੈਂ ਇਹਨੂੰ ਥੋੜਾ ਜਿਹਾ ਡਿਸਕਸ ਕੀਤਾ ਸੀ ਤੇ ਉਹਦੇ ਵਿੱਚ ਉਹਨੇ 3 ਚੀਜ਼ਾਂ ਦੱਸੀਆਂ ਸੀ ਲੂਇਜ਼ ਕਿ ਅਸੀਂ ਗੁੱਸਾ, ਆਲੋਚਨਾ, ਕ੍ਰਿਟਿਸਿਜ਼ਮ, ਆਪਣੇ ਆਪ ਤੇ ਗੁੱਸਾ। ਸਭ ਤੋਂ ਪਹਿਲੇ ਅਸੀਂ ਆਪਣੇ ਆਪ ਤੇ ਹਰ ਗੱਲ ਤੇ ਗੁੱਸਾ ਕਰਦੇ ਰਹਿੰਦੇ ਹਾਂ। ਕ੍ਰਿਟਿਸਿਜ਼ਮ, ਆਪਣੇ ਆਪ ਨੂੰ ਹਾਂਜੀ ਕ੍ਰਿਟਿਸਾਈਜ਼ ਕਰਦੇ ਰਹਿਣਾ ਕਿ ਮੈਂ ਹੀ ਇਸ ਤਰ੍ਹਾਂ ਦਾ, ਮੇਰੇ ਨਾਲ ਸਾਰੇ ਇੰਜ ਕਰਦੇ ਨੇ। ਫਿਰ ਅਪਰਾਧ ਹਾਂਜੀ ਬੋਧ, ਗਿਲਟ, ਤੇ ਦੁਗਣੇ ਆਪ ਨਾਲ ਇਸ ਤਰ੍ਹਾਂ ਕਰੀਦਾ ਤੇ ਫਿਰ ਦੂਜਿਆਂ ਨਾਲ ਵੀ ਉਸੇ ਤਰ੍ਹਾਂ ਦਾ ਵਿਵਹਾਰ ਕਰੀਦਾ। ਤੇ ਇਹ 3 ਚੀਜ਼ਾਂ ਨੇ, ਇਹ ਬਿਮਾਰੀ ਦੀ ਜੜ ਹੈ, ਇੱਥੋਂ ਬਿਮਾਰੀ ਸ਼ੁਰੂ ਹੁੰਦੀ ਹੈ। ਤੇ ਇਹ 3 ਚੀਜ਼ਾਂ ਹਾਂਜੀ ਉਹਨਾਂ ਨੇ ਦੱਸੀਆਂ ਤੇ ਫਿਰ ਉਹਨਾਂ ਨੇ ਕਿਹਾ ਕਿ ਇਹ ਤੁਹਾਡੇ ਜਿਹੜੇ ਵਿਚਾਰ ਨੇ ਤੇ ਵਿਚਾਰ ਤੇ ਕਦੀ ਵੀ ਬਦਲੇ ਜਾ ਸਕਦੇ ਨੇ। ਮੰਨ ਲਓ ਪਹਿਲੇ ਤੁਹਾਨੂੰ ਨਹੀਂ ਸਮਝ ਸੀ, ਤੁਸੀਂ ਇਸ ਤਰ੍ਹਾਂ ਸੋਚ ਰਹੇ ਸੀ, ਹੁਣ ਤੁਹਾਨੂੰ ਸਮਝ ਆ ਗਈ, ਉਹ ਪੁਰਾਣੀ ਸੋਚ ਨੂੰ ਛੱਡ ਕੇ ਨਵੇਂ ਤਰੀਕੇ ਨਾਲ ਸੋਚਣਾ ਸ਼ੁਰੂ ਕਰ ਦਿਓ ਤੇ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਏਗੀ। ਔਰ ਉਹਨੇ ਆਪਣੇ ਆਪ ਤੇ ਵੀ ਪ੍ਰੈਕਟਿਸ ਕੀਤੀ ਤੇ ਲੋਕਾਂ ਨੂੰ ਵੀ ਕਿਹਾ ਕਿ ਸਭ ਤੋਂ ਪਹਿਲੇ ਹਰ ਇੱਕ ਦੇ ਅੰਦਰ ਇਹ ਵਿਚਾਰ ਬੜਾ ਡੂੰਘਾ ਹੁੰਦਾ ਏ ਕਿ ਮੈਂ ਠੀਕ ਨਹੀਂ ਹਾਂ, ਪਿਆਰ ਨਹੀਂ ਕਰਦਾ, ਮੇਰਾ ਸਾਰੇ ਫਾਇਦਾ ਉਠਾਉਂਦੇ ਨੇ, ਦਾ ਆਪਣੇ ਆਪ ਨੂੰ ਹੀ ਨੀਵਾਂ ਸਮਝਦਾ ਰਹਿੰਦਾ ਹਰ ਜਗ੍ਹਾ ਤੇ। ਅੰਦਰ ਉਹਦੇ ਕਰਕੇ ਜਿਹੜਾ ਗਿਲਟ ਹੋ ਜਾਂਦਾ ਹੈ, ਜਿਹੜਾ ਅਪਰਾਧ ਬੋਧ ਅੰਦਰ ਜਮਾ ਹੋ ਜਾਂਦਾ ਹੈ ਸੈਲਫ ਕ੍ਰਿਟਿਸਿਜ਼ਮ ਕਰਕੇ, ਫਿਰ ਉਹ ਬਿਮਾਰੀ ਦੀ ਜੜ ਹੈ, ਉੱਥੋਂ ਬਿਮਾਰੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਹੁਣ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਜਿਸ ਤਰ੍ਹਾਂ ਆਪਣੇ ਕੱਪੜੇ ਚੁਣਦੇ ਹਾਂ, ਸਵੇਰੇ ਸਵੇਰੇ ਅਸੀਂ ਉੱਠਨੇ ਹਾਂ, ਅਲਮਾਰੀ ਖੋਲਨੇ ਆ ਤੇ ਅਸੀਂ ਖੁਦ ਡਿਸਾਈਡ ਕਰਨੇ ਆ ਨਾ ਕਿ ਅੱਜ ਅਸੀਂ ਕਿਸ ਤਰ੍ਹਾਂ ਦੇ ਕੱਪੜੇ ਪਾਣੇ ਨੇ, ਕਿਹੜੇ ਕੱਪੜੇ ਪਾਣੇ ਨੇ, ਔਰ ਅਸੀਂ ਅਲਮਾਰੀ ਚੋਂ ਕੱਪੜੇ ਕੱਢ ਲੈਂਦੇ ਹਾਂ ਔਰ ਅਸੀਂ ਉਹ ਕੱਪੜੇ ਜਿਹੜੇ ਨੇ ਉਹਨਾਂ ਨੂੰ ਫਿਰ ਪਾਉਂਦੇ ਹਾਂ। ਤੇ ਐਸੇ ਤਰ੍ਹਾਂ ਹਰ ਦਿਨ ਅਸੀਂ ਆਪਣੇ ਵਿਚਾਰ ਵੀ ਚੁਣਨੇ ਆ ਕਿ ਅੱਜ ਮੈਂ ਕੀ ਸੋਚਣਾ ਹੈ, ਕਿਸ ਤਰ੍ਹਾਂ ਦਾ ਸੋਚਣਾ ਹੈ। ਔਰ ਅਗਰ ਅੱਜ ਤੱਕ ਮੇਰੀ ਸੋਚ ਠੀਕ ਨਹੀਂ ਹੈ, ਮੈਨੂੰ ਪਤਾ ਚੱਲ ਗਿਆ ਕਿ ਮੈਂ ਆਪਣੇ ਬਾਰੇ ਵਿੱਚ, ਦੂਜਿਆਂ ਦੇ ਬਾਰੇ ਵਿੱਚ ਗਲਤ ਸੋਚ ਰਹੀ ਹਾਂ, ਅੱਜ ਉਸ ਸੋਚ ਨੂੰ ਬਦਲਿਆ ਜਾ ਸਕਦਾ ਹੈ। ਤੇ ਸੋਚ ਬਦਲੇਗੀ ਤੇ ਆਪਣੇ ਆਪ ਹੀ ਜ਼ਿੰਦਗੀ ਬਦਲ ਜਾਏਗੀ। ਇਸ ਤੋਂ ਪਹਿਲੇ ਉਹ ਕਹਿੰਦੇ ਨੇ ਕਿ ਇਸ ਤੋਂ ਪਹਿਲੇ ਕਿ ਡਾਕਟਰ ਦੀ, ਸਰਜਨ ਦੀ ਛੁਰੀ ਦੇ ਥੱਲੇ ਤੁਸੀਂ ਲੇਟੋ, ਚੰਗਾ ਇਹ ਕਿ ਤੁਸੀਂ ਆਪਣੇ ਵਿਚਾਰ ਬਦਲ ਲਓ। ਤੇ ਵਿਚਾਰ ਬਦਲੋਗੇ ਤੇ ਉਹ ਡਰ ਜਿਹੜਾ ਤੁਹਾਡਾ ਉਹ ਨਿਕਲ ਜਾਏਗਾ। ਤੇ ਜਿਸ ਵੇਲੇ ਅਸੀਂ ਘਬਰਾਨੇ ਆ, ਡਰਨੇ ਆ ਤੇ ਉਹ ਉਹਨਾਂ ਚੀਜ਼ਾਂ ਨੂੰ ਹੋਰ ਵਧਾ ਦਿੰਦਾ। ਡਰ ਔਰ ਘਬਰਾਹਟ ਉਹਨਾਂ ਚੀਜ਼ਾਂ ਨੂੰ ਹੋਰ ਵਧਾ ਦਿੰਦੀ ਹੈ। ਤੇ ਸਾਨੂੰ ਹਮੇਸ਼ਾ ਪੁਰਾਣੇ ਵਿਚਾਰ, ਮੂਰਖਤਾਪੂਰਨ ਵਿਚਾਰ, ਨਕਾਰਾਤਮਕ ਵਿਚਾਰ ਜਿਹੜੇ ਸਾਡੇ ਅੰਦਰ ਚੱਲ ਰਹੇ ਨੇ ਉਹਨਾਂ ਤੇ ਕੰਮ ਕਰਕੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਉਹਨਾਂ ਨੂੰ ਰੱਖ ਕੇ ਅਸੀਂ ਕਿਧਰੇ ਪਹੁੰਚੇ ਨਹੀਂ, ਅਸੀਂ ਆਪਣਾ ਨੁਕਸਾਨ ਹੀ ਕੀਤਾ। ਤੇ ਉਹ ਕਹਿ ਰਹੇ ਨੇ ਸਾਨੂੰ ਹਮੇਸ਼ਾ ਹਰ ਇੱਕ ਦੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਕੜਵਾਹਟ ਹੁੰਦੀ ਹੈ। ਕਿਸੇ ਨੇ ਉਹਦੇ ਨਾਲ ਧੋਖਾ ਕੀਤਾ, ਕਿਸੇ ਨੇ ਚੰਗਾ ਨਹੀਂ ਕੀਤਾ, ਕਿਸੇ ਨੇ ਉਹਨੂੰ
ਦੁੱਖ ਦਿੱਤਾ। ਜ਼ਿੰਦਗੀ ਵਿੱਚ ਬਹੁਤ ਇਸ ਤਰ੍ਹਾਂ ਦੇ ਅਨੁਭਵ ਹੁੰਦੇ ਨੇ ਔਰ ਹਰ ਲੈਵਲ ਤੇ ਹੁੰਦੇ ਨੇ। ਇਹ ਨਹੀਂ ਕਿ ਪਤੀ ਪਤਨੀ ਦੇ ਹੁੰਦੇ ਨੇ, ਸੱਸ ਨੂੰਹ ਦੇ ਹੁੰਦੇ ਨੇ, ਬੱਚਿਆਂ ਦੇ ਹੁੰਦੇ ਨੇ ਆਪਸ ਵਿੱਚ, ਭੈਣ ਭਰਾਵਾਂ ਦੇ ਆਪਸ ਵਿੱਚ ਹੁੰਦੇ ਨੇ, ਦੋਸਤਾਂ ਮਿੱਤਰਾਂ ਨਾਲ ਹੋ ਜਾਂਦੇ ਨੇ, ਪੜੋਸੀਆਂ ਨਾਲ ਹੋ ਜਾਂਦੇ ਨੇ। ਤੇ ਹਰ ਇੱਕ ਦੀ ਜ਼ਿੰਦਗੀ ਵਿੱਚ ਇਹ ਕੜਵੇ ਅਨੁਭਵ ਆਉਂਦੇ ਹੀ ਆਉਂਦੇ ਨੇ, ਕਿਉਂਕਿ ਜ਼ਿੰਦਗੀ ਇੱਕ ਰੰਗ ਦੀ ਨਹੀਂ ਹੈ। ਜ਼ਿੰਦਗੀ ਖੱਟੀ ਮਿੱਠੀ, ਤਿੱਖੀ ਕੜਵੀ ਸਭ ਕੁਝ ਹੈ। ਤੇ ਇਸ ਤਰ੍ਹਾਂ ਦੇ ਅਨੁਭਵ ਹਰ ਇੱਕ ਦੀ ਜ਼ਿੰਦਗੀ ਚ ਆਉਂਦੇ ਨੇ। ਲੇਕਿਨ ਉਹਨਾਂ ਅਨੁਭਵਾਂ ਤੋਂ ਸਿੱਖਿਆ ਲੈ ਕੇ ਸਾਨੂੰ ਉਹਨਾਂ ਗੱਲਾਂ ਨੂੰ ਨਾਲ ਲੈ ਕੇ ਨਹੀਂ ਚੱਲਣਾ, ਉਹਨਾਂ ਨੂੰ ਛੱਡ ਦੇਣਾ, ਭੁਲਾ ਦੇਣਾ। ਤੇ ਜਿਨ੍ਹਾਂ ਨੇ ਸਾਡੇ ਨਾਲ ਗਲਤ ਕੀਤਾ, ਜਿਨ੍ਹਾਂ ਕਰਕੇ ਸਾਨੂੰ ਲੱਗਦਾ ਹੈ ਕਿ ਇਹਨਾਂ ਕਰਕੇ ਅਸੀਂ ਦੁਖੀ ਆ, ਇਹਨਾਂ ਕਰਕੇ ਅਸੀਂ ਪਰੇਸ਼ਾਨ ਆ, ਤੇ ਉਹ ਕਹਿੰਦੀ ਹੈ ਕਿ ਤੁਸੀਂ ਸਭ ਤੋਂ ਪਹਿਲੇ ਉਹਨਾਂ ਨੂੰ ਮਾਫ ਕਰਨਾ ਸ਼ੁਰੂ ਕਰੋ। ਔਰ ਤੁਸੀਂ ਆਪਣੇ ਆਪ ਅੰਦਰ ਇਹ ਝਾਤੀ ਮਾਰ ਕੇ ਦੇਖੋ ਕਿ ਜ਼ਿੰਦਗੀ ਵਿੱਚ ਕਿਹਨਾਂ ਕਿਹਨਾਂ ਨੂੰ ਮਾਫ ਕਰਨਾ ਮੇਰੇ ਲਈ ਬੜਾ ਔਖਾ ਹੈ। ਤੇ ਜਿਨ੍ਹਾਂ ਨੂੰ ਮਾਫ ਕਰਨਾ ਬੜਾ ਔਖਾ ਹੈ, ਉੱਥੋਂ ਹੀ ਤੁਸੀਂ ਆਪਣੀ ਸ਼ੁਰੂਆਤ ਕਰਨੀ ਹੈ, ਕਿਉਂਕਿ ਜਿੰਨੀ ਉਹਨਾਂ ਨੂੰ ਸਮਝ ਸੀ ਉਹਨਾਂ ਨੇ ਉਹ ਕੀਤਾ। ਤੇ ਉਹ ਤੁਸੀਂ ਉਹਨਾਂ ਦੀਆਂ ਗੱਲਾਂ ਅੱਜ ਤੱਕ ਮਨ ਵਿੱਚ ਲੈ ਕੇ ਗੁੱਸਾ ਕਰਕੇ ਨਾਰਾਜ਼ਗੀ ਰੱਖ ਕੇ ਬੈਠੇ ਹੋ, ਤੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ, ਤੁਹਾਡਾ ਖੁਦ ਦਾ ਨੁਕਸਾਨ ਹੋ ਰਿਹਾ। ਤੇ ਤੁਸੀਂ ਅੰਦਰੋਂ ਆਪਣੇ ਮਨ ਵਿੱਚ ਇਹ ਸੋਚਣਾ ਹੈ ਕਿ ਮੈਂ ਹੁਣ ਅੱਗੇ ਵਧਣਾ ਹੈ, ਤੇ ਮੈਂ ਉਹਨਾਂ ਨੂੰ ਜੋ ਵੀ ਉਹਨਾਂ ਨੇ ਮੇਰੇ ਨਾਲ ਕੀਤਾ, ਮੈਂ ਉੱਥੋਂ ਸਬਕ ਸਿੱਖ ਲਿਆ ਔਰ ਮੈਂ ਅੱਗੇ ਵਧਣਾ ਔਰ ਮੈਂ ਉਹਨਾਂ ਨੂੰ ਮਾਫ ਕਰਦਾ। ਜਿਸ ਵੇਲੇ ਤੁਸੀਂ ਸਿਰਫ ਇਹ ਸੋਚਦੇ ਹੀ ਹੋ ਕਿ ਮੈਂ ਮਾਫ ਕਰ ਦੇਣਾ, ਤੇ ਆਪਣੇ ਆਪ ਕੁਦਰਤ ਰਸਤੇ ਬਣਾਉਣ ਲੱਗ ਜਾਂਦੀ ਹੈ। ਫਿਰ ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਕਿ ਮਾਫ ਕਰਨਾ ਕਿਸ ਤਰ੍ਹਾਂ ਹੈ। ਬਸ ਤੁਸੀਂ ਇਹ ਸੋਚਿਆ ਕਿ ਮਾਫ ਕਰਨਾ ਹੈ, ਬਾਰ-ਬਾਰ ਤੁਸੀਂ ਇਹ ਸੋਚਿਆ ਕਿ ਮੈਂ ਨਹੀਂ ਇਹ ਅੱਗੇ ਲੈ ਕੇ ਅੱਗੇ ਬੋਝ ਲੈ ਕੇ ਅੱਗੇ ਨਹੀਂ ਜਾਣਾ, ਕਿ ਇਹਨੇ ਇੰਜ ਕੀਤਾ, ਇਹਨੇ ਇੰਜ ਕੀਤਾ, ਹਰ ਵੇਲੇ ਯਾਦ ਰੱਖਣਾ, ਮੈਂ ਨਹੀਂ ਰੱਖਣਾ, ਮੈਂ ਇਹ ਛੱਡ ਦੇਣਾ ਔਰ ਮੈਂ ਅੱਗੇ ਵਧਣਾ, ਤੇ ਮੈਂ ਇਹਨਾਂ ਨੂੰ ਮਾਫ ਕਰ ਦੇਣਾ। ਤੇ ਜਿਸ ਵੇਲੇ ਤੁਸੀਂ ਮਾਫ ਕਰਨੇ ਦਾ ਮਤਲਬ ਹੈ ਕਿ ਛੱਡ ਦੇਣਾ ਪੁਰਾਣੀਆਂ ਗੱਲਾਂ ਨੂੰ, ਅੱਗੇ ਵੱਧ ਜਾਣਾ। ਤੇ ਜਿਸ ਵੇਲੇ ਅਸੀਂ ਉਹ ਪੂਰੇ ਜੋ ਵੀ ਸਾਡੇ ਨਾਲ ਬੀਤਿਆ ਉਹਨੂੰ ਯਾਦ ਕੀਤੇ ਬਿਨਾ ਅੱਗੇ ਵਧਣੇ ਦੀ ਕੋਸ਼ਿਸ਼ ਕਰਾਂਗੇ ਤੇ ਆਪਣਾ ਦਰਦ ਛੱਡਦੇ ਜਾਵਾਂਗੇ, ਤੇ ਸਾਨੂੰ ਆਪਣੇ ਆਪ ਹੀ ਸਮਝ ਆਏਗੀ ਕਿ ਅਸੀਂ ਕਿੰਨੇ ਹਲਕੇ ਹੋ ਗਏ। ਕਿਉਂਕਿ ਇਹ ਇੱਕ ਭਾਰ ਹੈ ਜਿਹੜਾ ਅਸੀਂ ਚੁੱਕਿਆ ਹੋਇਆ ਦਿਮਾਗ ਤੇ, ਉਹਨੇ ਇੰਜ ਕੀਤਾ, ਉਹਨੇ ਇੰਜ ਕੀਤਾ, ਮੈਂ ਉਹਦੇ ਵਿਆਹ ਤੇ ਨਹੀਂ ਜਾਣਾ, ਮੈਂ ਉਹਦੇ ਘਰ ਨਹੀਂ ਜਾਣਾ, ਮੈਂ ਉਹਦੇ ਨਾਲ ਬੋਲਣਾ ਨਹੀਂ ਹੈ। ਫਿਰ ਅਸੀਂ ਦੂਜਿਆਂ ਨੂੰ ਵੀ ਕਹਿੰਦੇ ਕਿ ਤੁਸੀਂ ਵੀ ਨਾ ਬੋਲਿਆ ਜੇ। ਤੇ ਇਹ ਇੱਕ ਬੋਝ ਹੈ ਜਿਹੜਾ ਅਸੀਂ ਆਪਣੇ ਦਿਮਾਗ ਤੇ ਇਕੱਠਾ ਕਰ ਲੈਂਦੇ ਹਾਂ। ਤੇ ਜਿੰਨਾ ਜ਼ਿਆਦਾ ਬੋਝ ਹੋਏਗਾ ਉਨਾ ਜ਼ਿਆਦਾ ਅਸੀਂ ਦੁਖੀ ਖੁਦ ਹੋਵਾਂਗੇ, ਦੂਜੇ ਨੂੰ ਕੋਈ ਫਰਕ ਨਹੀਂ ਪੈਣਾ। ਉਹ ਤੇ ਆਪਣੀ ਜ਼ਿੰਦਗੀ ਚ ਐਸ਼ ਕਰਦੇ ਪਏ ਨੇ ਔਰ ਅਸੀਂ ਸੋਚ ਸੋਚ ਕੇ ਦੁਖੀ ਹੋ ਰਹੇ ਹਾਂ। ਤੇ ਉਹ ਕਹਿੰਦੀ ਹੈ ਕਿ ਆਪਣੇ ਆਪ ਨੂੰ ਪ੍ਰੇਮ ਕਰੋ, ਕਿ ਮੈਂ ਜਿਸ ਤਰ੍ਹਾਂ ਦਾ ਵੀ ਹਾਂ, ਛੋਟਾ ਹਾਂ, ਪਤਲਾ ਹਾਂ, ਮੋਟਾ ਹਾਂ, ਮੇਰੇ ਜਿਹੋ ਜਿਹੇ ਵੀ ਨੈਣ ਨਕਸ਼ ਨੇ, ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨਾ। ਮੈਂ ਸੁਸਾਇਟੀ ਦੇ ਵਿੱਚ ਆਪਣੇ ਆਪ ਦਾ ਕੰਪੈਰੀਜ਼ਨ ਨਹੀਂ ਕਰਨਾ ਕਿ ਮੇਰੇ ਨਾਲ ਉਹ ਸੋਹਣਾ ਹੈ, ਮੇਰੇ ਨਾਲ ਉਹ ਚੰਗਾ ਹੈ, ਮੇਰੇ ਨਾਲ ਉਹ ਬੁੱਧੀਮਾਨ ਹੈ। ਨਹੀਂ, ਮੈਂ ਜਿਹੋ ਜਿਹਾ ਵੀ ਹਾਂ ਮੈਂ ਚੰਗਾ। ਮੈਨੂੰ ਪਰਮਾਤਮਾ ਨੇ ਬਹੁਤ ਸੋਹਣਾ ਬਣਾਇਆ, ਬਹੁਤ ਵਧੀਆ ਬਣਾਇਆ। ਤੇ ਮੈਂ ਖੁਦ ਆਪਣੇ ਆਪ ਤੇ ਵਿਸ਼ਵਾਸ ਕਰਨਾ, ਆਪਣੇ ਆਪ ਤੇ ਮੈਂ ਖੁਦ ਭਰੋਸਾ ਕਰਨਾ, ਤੇ ਮੈਂ ਆਪਣੇ ਆਪ ਨੂੰ ਸਵੀਕਾਰ ਕਰਕੇ ਆਪਣੇ ਆਪ ਨੂੰ ਇਸ ਕਾਬਲ ਬਣਾਵਾਂਗਾ ਕਿ ਮੈਂ ਅੱਗੇ ਵਧਾਂ। ਤੇ ਮੈਨੂੰ ਆਪਣੇ ਆਪ ਪਰਮਾਤਮਾ ਰਸਤੇ ਬਣਾ ਕੇ ਦੇਗਾ। ਮੈਂ ਆਪਣੇ ਆਪ ਨੂੰ, ਆਪਣੇ ਦਿਮਾਗ ਦੇ ਵਿਚਾਰਾਂ ਨੂੰ, ਆਪਣੇ ਰਿਸ਼ਤਿਆਂ ਨੂੰ, ਸਾਰਿਆਂ ਨੂੰ ਬਹੁਤ ਨਵਾਂ ਰੂਪ ਦੇਣਾ। ਜੋ ਹੋ ਗਿਆ ਸੋ ਹੋ ਗਿਆ, ਲੇਕਿਨ ਮੈਂ ਆਪਣੇ ਆਪ ਨੂੰ ਨਵਾਂ ਰੂਪ ਦੇਣਾ, ਤੇ ਦੂਜਿਆਂ ਦੀਆਂ ਗਲਤੀਆਂ ਦੀ ਸਜ਼ਾ ਮੈਂ ਆਪਣੇ ਆਪ ਨੂੰ ਨਹੀਂ ਦੇਣੀ। ਤੇ ਜਿਸ ਵੇਲੇ ਅਸੀਂ ਆਪਣੇ ਆਪ ਨਾਲ ਪ੍ਰੇਮ ਕਰਨਾ ਸ਼ੁਰੂ ਕਰਾਂਗੇ, ਤੇ ਆਪਣੇ ਆਪ ਸਾਡੀ ਜਿਹੜੀ ਵਾਈਬ੍ਰੇਸ਼ਨ ਚੇਂਜ ਹੋਏਗੀ, ਤੇ ਫਿਰ ਸਾਡੇ ਆਸ-ਪਾਸ ਦੇ ਲੋਕ ਵੀ ਸਾਡੇ ਨਾਲ ਪ੍ਰੇਮ ਕਰਨ ਲੱਗ ਜਾਣਗੇ। ਕਿਉਂਕਿ ਔਰ ਆਪਣੇ ਆਪ ਨੂੰ ਪ੍ਰੇਮ ਕਰਨ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਨਹੀਂ ਕਿ ਮੈਂ ਆਪਣੇ ਹੱਥ ਚੁੰਮਾਂ, ਮੈਂ ਸ਼ੀਸ਼ੇ ਦੇ ਅੱਗੇ ਖੜੀ ਹੋ ਕੇ ਕਹਾਂ ਮੈਂ ਬੜੀ ਸੋਹਣੀ ਆ ਤੇ ਮੈਂ ਆਪਣੇ ਆਪ ਨਾਲ ਪ੍ਰੇਮ ਕਰ ਰਹੀ ਹਾਂ। ਨਹੀਂ, ਆਪਣੇ ਆਪ ਨਾਲ ਪ੍ਰੇਮ ਕਰਨ ਦਾ ਮਤਲਬ ਹੈ ਆਪਣੇ ਆਪ ਨੂੰ ਸਮੇਂ ਦੇਣਾ, ਆਪਣੇ ਆਪ ਨਾਲ ਬੈਠਣਾ, ਆਪਣੇ ਸਵਾਸਾਂ ਨਾਲ ਬੈਠਣਾ, ਆਤਮ ਚਿੰਤਨ ਕਰਨਾ ਕਿ ਕੀ ਮੈਂ ਅੱਜ ਕੀਤਾ, ਕੀ ਗਲਤ ਕੀਤਾ, ਕੀ ਸਹੀ ਕੀਤਾ, ਕਿਸੇ ਦਾ ਦਿਲ ਤੇ ਨਹੀਂ ਦੁਖਾਇਆ। ਆਪਣੇ ਆਪ ਨਾਲ ਬੈਠਣਾ ਹੀ ਆਪਣੇ ਆਪ ਨੂੰ ਪ੍ਰੇਮ ਕਰਨਾ ਹੈ। ਤੇ ਅਸੀਂ ਸਾਰਿਆਂ ਨਾਲ ਬੈਠਦੇ ਹਾਂ, ਅਸੀਂ ਆਪਣੇ ਆਪ ਨਾਲ ਨਹੀਂ ਬੈਠਦੇ। ਬੰਦੇ ਨੂੰ ਬਹੁਤ ਘਬਰਾਹਟ ਹੁੰਦੀ ਹੈ, ਤੇ ਉਹਦੇ ਲਈ ਸਭ ਤੋਂ ਸੌਖਾ ਰਸਤਾ ਹੈ ਕਿ ਅਸੀਂ ਅੱਖਾਂ ਬੰਦ ਕਰਕੇ, ਹੱਥਾਂ ਪੈਰਾਂ ਨੂੰ ਕ੍ਰਾਸ ਕਰਕੇ, ਜਿੰਨੀ ਸਾਡੀ ਉਮਰ ਹੈ ਘੱਟੋ ਘੱਟ ਓਨੇ ਮਿੰਟ ਅਸੀਂ ਅੱਖਾਂ ਬੰਦ ਕਰਕੇ ਬੈਠੀਏ। ਤੇ ਜਿਉਂ-ਜਿਉਂ ਬੈਠਾਂਗੇ ਸਾਨੂੰ ਫਿਰ ਹੌਲੀ-ਹੌਲੀ ਅੰਦਰੋਂ ਸਮਝ ਆਉਣ ਲੱਗੇਗੀ। ਜਿਸ ਤਰ੍ਹਾਂ ਪਹਿਲੇ ਭਾਰੀਪਨ ਲੱਗੇਗਾ, ਵਿਚਾਰ ਬਹੁਤ ਆਉਣਗੇ, ਕਿਉਂਕਿ ਅਸੀਂ ਅੱਜ ਤੱਕ ਇਕੱਠਾ ਹੀ ਉਹ ਸਭ ਕੁਝ ਕੀਤਾ। ਬੋਝ ਹੀ ਤੇ ਦੁਨੀਆ ਦਾ ਇਕੱਠਾ ਕੀਤਾ ਹੈ, ਖੁਸ਼ੀਆਂ ਤੇ ਅਸੀਂ ਬਟੋਰੀਆਂ ਹੀ ਨਹੀਂ, ਦੁੱਖ ਇਕੱਠਾ ਕਰਦੇ ਰਹੇ ਸਾਰੇ ਪਾਸੋਂ। ਤੇ ਹੁਣ ਉਹੀ ਤੇ ਵਜਨ ਬਣ ਕੇ, ਦੁੱਖ ਬਣ, ਦਰਦ ਬਣ ਕੇ ਸਾਨੂੰ ਤੰਗ ਕਰ ਰਿਹਾ।
ਤੇ ਹੁਣ ਉਹਨੂੰ ਛੱਡਣਾ ਹੈ ਉਸ ਵਜਨ ਨੂੰ। ਤੇ ਛੱਡਣ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਅਸੀਂ ਆਪਣੇ ਸਵਾਸਾਂ ਨਾਲ ਇੱਕ ਹੋ ਕੇ ਧਿਆਨ ਕਰੀਏ, ਆਪਣੇ ਆਪ ਨਾਲ ਬੈਠੀਏ, ਫਿਰ ਸਾਨੂੰ ਅੰਦਰੋਂ ਹੀ ਸਭ ਕੁਝ ਆਪੇ ਸਮਝ ਆਉਣ ਲੱਗ ਜਾਏਗਾ। ਥੋੜੀ ਜੀ ਮਿਹਨਤ ਪਹਿਲੇ ਕਰਨੀ ਪੈਂਦੀ ਹੈ, ਫਿਰ ਹੌਲੀ ਹੌਲੀ ਜਿਸ ਵੇਲੇ ਸਮਝ ਆ ਜਾਂਦੀ ਹੈ, ਜਿਸ ਵੇਲੇ ਇੱਕ ਰਸ ਬਣਨ ਲੱਗ ਜਾਂਦਾ ਹੈ, ਤੇ ਆਪਣੇ ਆਪ ਫਿਰ ਸਭ ਕੁਝ ਸਹੀ ਹੋਣ ਲੱਗ ਜਾਂਦਾ ਹੈ। ਇਸ ਲਈ ਘਬਰਾਣਾ ਨਹੀਂ ਹੈ। ਤੇ ਗਰੁੱਪ ਵਿੱਚ ਜਿਸ ਵੇਲੇ ਅਸੀਂ ਕਰਨੇ ਆ ਤੇ ਇੱਕ ਦੂਜੇ ਨਾਲ ਗੱਲਬਾਤ ਕਰਨੇ ਆ ਤੇ ਉਹਦੇ ਨਾਲ ਬਹੁਤ ਹਿੰਮਤ ਮਿਲਦੀ ਹੈ। ਆਪਣੇ ਆਪ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨਾ ਔਰ ਆਪਣੇ ਆਪ ਨਾਲ ਪ੍ਰੇਮ ਕਰਨਾ, ਆਪਣੇ ਆਪ ਨਾਲ ਬੈਠਣਾ, ਇਹ ਬਹੁਤ ਜ਼ਰੂਰੀ ਹੈ। ਔਰ ਜਿਉਂ-ਜਿਉਂ ਆਪਣੇ ਆਪ ਨਾਲ ਬੈਠਾਂਗੇ, ਬਾਕੀ ਚੀਜ਼ਾਂ, ਬਾਕੀ ਰਸਤੇ ਆਪੇ ਹੀ ਖੁੱਲਦੇ ਜਾਣਗੇ। तो आज इन्ना ही डिस्कस करांगे, फिर अगले शुक्रवार इस तो अगे का कुछ होर चैप्टर जो है ਉਹਨੂੰ डिस्कस करांगे, क्योंकि थोड़ा थोड़ा ਅਸੀਂ डिस्कस करिए, ਉਹਦੇ ਤੇ ਵਿਚਾਰ करिए, फिर ਉਹਨੂੰ ਜ਼ਿੰਦਗੀ 'ਚ ਉਤਾਰੀਏ, बल्कि एक डायरी बनाइए, लिखिए कि कित्थे फिर मैं अपने आप ਨੂੰ गलत समझिया, कित्थे मैं अपने आप ਨੂੰ दोषी समझिया, कित्थे मैं अपने आप ਨੂੰ स्वीकार नहीं ਕੀਤਾ, ਤੇ ਕਿਸ ਤਰ੍ਹਾਂ ਮੈਂ ਆਪਣੇ ਆਪ ਨੂੰ ਸਵੀਕਾਰ ਕਰਨਾ ਹੈ, ਆਪਣੇ ਆਪ ਨਾਲ ਪ੍ਰੇਮ ਕਰਨਾ ਹੈ। ਤੇ ਅਸੀਂ ਇਹਨਾਂ ਚੀਜ਼ਾਂ ਨੂੰ ਨੋਟ ਕਰੀਏ ਤੇ ਤਾਂ ਹੀ ਅਸੀਂ ਇਹਨਾਂ ਨੂੰ ਬਦਲ ਪਾਵਾਂਗੇ। ਉਹ ਜੋ ਮੈਨੂੰ ਸਮਝ ਆਇਆ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਬਾਕੀ ਕਿਸੇ ਦੀ ਵੀ ਕੋਈ ਗੱਲ ਕਿਸੇ ਨੇ ਪੁੱਛਣੀ ਹੈ, ਨਹੀਂ ਸਮਝ ਆਈ या कुछ और भी पूछना है तो ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰ ਸਕਦੇ ਹੋ। मैं आज के टॉपिक से यही मतलब समझ में आता है कि हम कोई भी मतलब दिन भर में हमारे साथ जो कुछ भी होता है उसको हम विचारों में रख रख के या किसी से झगड़ा हो गया या किसी कुछ बोल दिया किसी ने, तो उसको पकड़ के उस इमोशन को पकड़ पकड़ के कितनी बार सोच लेते हैं, एक बार नहीं, 10 10 बार नहीं, 15 बार नहीं, एक ही इमोशन को पकड़ के हम लोग बहुत उसको सोचते रहते हैं, आज हो गया कल हो गया ऐसे पकड़ के रखते हैं। तो वो इमोशन कहीं ना कहीं हमारे बॉडी में किसी बॉडी की किसी पार्ट में वो जमा होने लग जाता है कचरे की तरह, और फिर बीमारी के रूप लेने लगता है। तो यही समझ में आया कि हमें अपने विचारों को, जो नेगेटिव विचार है उनको छोड़ना चाहिए, हम्म। पकड़ के नहीं रखना चाहिए किसी चीज को। तो बीमारी का कारण ही ये है। कारण ही यही है कि हम हम्म। छोड़ते नहीं चीजों को। हम्म। हम पैकेट बना बना के संभाल संभाल के रखे रखते हैं कि उसने उस दिन ऐसे कहा था, उसने उस दिन ऐसे हाँ, कहा। और फिर उन चीजों को याद रखने के लिए बहुत एनर्जी लगानी पड़ती है। उसमें एनर्जी ड्रेन करते रहते हैं हम। हम अपनी एनर्जी उसमें ड्रेन करते रहते हैं। और बीमारी का कारण वही है। बाकी सब तो बहाने हैं, ये खा लिया, वो खा लिया, ऐसा कर लिया, वहां गए थे, यहाँ गए थे, ये तो बहाना बनता है। लेकिन असली हमारे विचार ही बीमारी का कारण है, गलत विचार। हम्म। तो बहुत अच्छा लगा आज का टॉपिक। और फॉरगिवनेस तो उन्होंने स्टार्टिंग से ही शुरू किया है कि जिसने भी हम्म। आपके साथ गलत किया है, आप उन्हें माफ कर दो। आपको लग रहा है ना आपके साथ उन्होंने गलत किया, उनके लेवल पे सोचोगे तो उनको लगेगा आपने गलत किया। हम्म। क्योंकि हर एक अपने अपने लेवल से देखेगा ना। कुछ लोग उन्हें गलत कहेंगे, कुछ आपको गलत कहेंगे। इसीलिए कहते हैं ना, ताली दो हाथ से ही बजती है। तो गलतियां तो दोनों की होती हैं, लेकिन हम अपने आप को तो जस्टिफाई कर लेते हैं और दूसरे को माफ नहीं करते। तो फिर वो एक कारण है। अनफॉरगिवनेस, क्षमा ना करना, बीमारी का बहुत बड़ा कारण है। तो इसीलिए छोड़ना है चीजों को, पकड़ कर नहीं रखना। और हम तो अपने परिवार में बच्चों को भी सिखा देते हैं कि उससे बात मत करना, तो झगड़ा हो गया हमारा, तो हम अनजाने में उन बच्चों को भी साथ में इन्वॉल्व कर लेते हैं, जो जिनको कुछ पता भी नहीं होता। तो बड़ों के झगड़ों में हम बच्चों को भी इन्वॉल्व कर लेते हैं कि उनके साथ बात मत करना, उनसे हमारा झगड़ा हो गया है। तो बचपन से ही हमारी ट्रेनिंग ही बच्चों के प्रति भी गलत हो जाती है, क्योंकि हमने खुद कुछ अच्छा सीखा नहीं है। और जो फिर सीखा है वही तो दूसरों को सिखाएंगे, तो खुद भी हम फंसते हैं और दूसरों को भी उसी तरह से चक्करों में डाल देते हैं। तो इसलिए जहां तक हो सके, जितना हो सके, मैं एक ही फॉर्मूला जो मैंने इस बुक को पढ़ने के बाद और काफी चीजें समझने के बाद अप्लाई किया, कि सामने वाले ने मेरे साथ जो भी किया, मैंने बहुत पहले मैंने भी मुकाबले किए, झगड़े किए, सब कुछ किया, लेकिन उससे परेशानियां बढ़ती चली गई। फिर एक लेवल पे आके इस बात की समझ आई कि इस सिचुएशन में मैं अच्छा क्या कर सकती हूँ, बट बेस्ट आई कैन डू। तो मेरे उस पे फोकस करना शुरू किया कि मैं अपना बेस्ट कैसे दे सकती हूँ। मान लो उन्होंने तो मेरे साथ बुरा किया, मुझे पानी नहीं दिया, मुझे खाना नहीं दिया, मुझे पूछा नहीं, जो भी मान लो मेरे साथ किया, लेकिन आज उन्हें जरूरत है। तो मैं बेस्ट क्या कर सकती हूँ, क्या मैं मुकाबले करूं, बदले लूं,
या इस समय मैंने उस दर्द को महसूस किया कि जब मान लो कोई धूप में आता है, या कोई परेशानी से आता है, या कोई हॉस्पिटल से मान लो आया है, तो अब वो आके घर बैठा है गर्मी में, और मैंने उसको पानी भी नहीं पूछा। वो बहुत बेचैन है, परेशान है, घबराया हुआ है, लेकिन मैंने पानी भी नहीं पूछा क्योंकि उन्होंने मुझे नहीं पूछा था। तो वो हम एक साइकिल जो है वो बनाते रहते हैं और उसमें उलझते चले जाते हैं। ठीक है, उन्होंने नहीं पूछा, वो उनकी बुद्धि है, लेकिन मुझे ये तो पता ना पूछना चाहिए। मैं पानी का गिलास लेके जाऊं, वो पिए ना पिए उनकी मर्जी है, लेकिन मैं तो लेके जाऊं। ठंड का मौसम है तो मैं चाय लेके जाऊं, वो पिए ना पिए उनकी मर्जी है, लेकिन मैं तो अच्छा करूं। अब मैं ये सोचूं उन्होंने अच्छा नहीं किया इसलिए मुझे भी नहीं करना, तो फिर तो मैं भी उलझती चली जाऊंगी ना। लेकिन मैं तो छोड़ दूं कि मैं, मेरे को पता है ये करना चाहिए इस समय, तो मैं वो करूं। उन्होंने क्या किया वो जाने। तो अगर हम इस तरह से सोचना शुरू करें कि मैं अच्छा क्या कर सकती हूँ, तो अपने आप रास्ते बनते चले जाते होता नहीं है ना, यही तो दिक्कत हो रही है। हैं। किए बिना काम भी तो नहीं चलेगा, फंसते चले जाएंगे। इस जन्म में नहीं करेंगे, अगले जन्म में करेंगे, अगले जन्म में नहीं करेंगे, उससे अगले जन्म में करेंगे। अभी तो समझ आ रही है, फिर पता नहीं कब समझ आएगी। अभी 60 साल में होके तो समझ आ रही है, फिर पता नहीं आगे कितनी उम्र है, फिर आगे अगले जन्मों में तो पता नहीं क्या होगा। ऐसा संगत, ऐसा संग मिलेगा, कब मिलेगा। अभी तो इतनी उम्र होने के बाद मिला और ये सब चीजें हम समझ रहे हैं। अगर अभी भी नहीं करेंगे तो अगला जन्म किसने देखा, और फिर तब का तब क्या होगा कोई नहीं जानता। तो किए बिना तो छुटकारा ही नहीं है। ये एक्सक्यूज नहीं दे सकते हम कि नहीं हो सकता, ये बिना छुटकारा ही नहीं है। अब जैसे मेरा है, मैं ठीक रहती हूँ, कोई फिजिकल हेल्थ इशू ऐसे नहीं थे। पिछले 6 साल से मैं सोसाइटी की मैनेजिंग कमेटी में हूँ। बड़ा स्मूथली काम चल रहा था। लास्ट ईयर अब कोई 2 मेंबर ऐसे आ गए थे सेकंड टेन्योर में। अब वो 1 साल से मैं उन लोगों से थोड़ा हर्ट हूँ। मैं कहती किसी से कुछ नहीं हूँ, अपना काम करती रहती थी, लेकिन कुछ सर्कमस्टांसेस ऐसे बन गए। अब मैं उन लोगों को फेस ही नहीं करना चाहती। मेरे से लड़ा जाता नहीं है, मैं उनसे मिलना ही नहीं चाहती, मैं अवॉइड करती हूँ। तो अब मेरे अंदर ये चीज आई है। आप ये देखो, मुझे कोई इशू नहीं थे, हेल्थ इशू ऐसे। अब मेरा कोलेस्ट्रॉल बहुत बढ़ा हुआ आ रहा है। क्योंकि अब चिंता ये करते हैं बात ना हम, सुन के फिर चिंता ये करते हैं बात उन, सुन के उन आप बातों ये को सुन के लेके, उनकी बातों को लेके सोच सोच के चिंता करते हैं। चिंता करते हैं तो उसका नुकसान थोड़ी हो रहा है, हमारा ही नुकसान हो रहा है ना। वही अब रिलेट कर रही हूँ, इस चीज को कोरिलेट कर रही हूँ कि ये तो तेरा हमें थायराइड। हमें उस सिचुएशन से रास्ता निकालना है। वो जिम्मेदारी आपसे नहीं निभाई जा रही, आप किसी और को दे दो। दे दी, छोड़ दिया मैंने तो काम। फिर क्या है, छोड़ लेकिन दो। लेकिन अंदर से ये लगता है कि मतलब इतना मैंने काम किया, सब कुछ किया, और ये आपसे क्यों। करवाया गया तो आपने किया ना, आप कौन हो करने वाले। ये तो है। ताकत किसकी थी, ईश्वर की ताकत थी ना। हाँ, अब हाँ। उसने जितना करवाना था करवा लिया, अब नहीं करवाना आपसे, अब किसी और को मौका देना है। हम कर्ता भाव ही तो छोड़ते नहीं है, तभी तो फंसते हैं। नहीं, काम छोड़ दिया मैं, लेकिन कर्ता पता भाव नहीं, तो नहीं छूटता ना। मैं उन लोगों को फेस नहीं करना चाहती। मत बोलती करो किसी से फेस। कुछ नहीं हूँ। क्यों करना फेस, आपको मत करो। मैं देख के, और ये कभी नहीं था मेरे अंदर, लेकिन मैं देख के ना पीछे हट जाती हूँ कि ये निकल जाए तब मैं निकलूंगी। मुझे लगता है कहीं वही चीज मुझे अंदर हर्ट कर रही है जो मेरे वो को वो इस एज आपने में आके। अभी पकड़ के रखा हुआ है ना। ये अभी आपने बात की है, वैसे मैं पहले ये अगले सेशन में बात करनी थी। फॉरगिवनेस का जो चैप्टर है ना, फॉरगिवनेस, माफ कर दिया, माफ कर दिया, ये कहानियां कथा हम बहुत सुनते रहते हैं। मैंने ध्यान में बैठ के सबको माफ कर दिया, मैंने पूरे सबसे हम्म, माफिया मांग ली, ये सब ना फालतू की बातें हैं। इसका एक टेस्ट है, लिटमस टेस्ट ऑफ द सोल जिसको कहा जाता है। अगर आपने दिल से उस व्यक्ति को माफ कर दिया है जिसने आपको कष्ट दिया है, जब वो व्यक्ति आपके सामने आएगा, आपको अगर पिछली कोई भी बात नहीं याद आ रही है, आप उससे ऐसे मिलते हो जैसे अभी मिल रहे हो, पीछे का कोई बैकग्राउंड डेटा आपको याद नहीं आता, तब आपने माफ कर दिया है। लेकिन जैसे ही उस व्यक्ति को देखते आपको सब कुछ याद हो जाता है, अभी आपने माफ नहीं किया। ये ये लिटमस टेस्ट ऑफ द सोल है। अगर आपने आत्मा से माफ किया है, वो बातें आपको याद ही नहीं आएंगी। आप ऐसे ही मिलोगे जैसे बाकी लोगों से मिलते हो, लेकिन नहीं मिल पाते हम। हमें हर चीज याद रहती है, हम पहले ही मुंह बना लेते हैं। अरे ये कहाँ से दिख गया, अभी जैसे आपने कहा वो चला जाए तब मैं निकलूंगी, होता है ऐसा। लेकिन ठीक है, वो बोले ना बोले, आपको वहां से हटने की क्या जरूरत है, आपको छुपने की क्या जरूरत है। फेस इट।
मेरा कोई आपसे गिला शिकवा नहीं है, मेरा कुछ आपसे कोई वो नहीं है, बोलोगे तो ठीक है, नहीं बोलोगे तो भी ठीक है, लेकिन मैं उन बातों को याद करके अब खुद को कष्ट नहीं दे सकती हूँ। तो ये तो आपको करना ही पड़ेगा, नहीं तो आप झेलते रहो अपनी तकलीफें। ये बिना तो गुजारा ही नहीं है, करना तो पड़ेगा ही। मैंने भी आज कितने साल लगाए, नहीं नहीं होता था। फिर भिड़ जाती थी, फिर भिड़ जाती थी, नहीं होता। कहना बहुत आसान है, नहीं होता, बार बार बातें याद आती हैं, लेकिन कोई किए बिना, खुद पे काम किए बिना कोई रास्ता भी तो नहीं है। रास्ता तो नहीं है। ठीक होना है तो खुद पे काम करना पड़ेगा, खुद पे काम करना है तो खुद को बदलना पड़ेगा। तो ये तो अपने लिए, यही तो स्व प्रेम है कि हम खुद से कितना प्यार करते हैं। हम खुद को खुद ही कष्ट दे रहे हैं और कह रहे हैं कि उसकी वजह से तकलीफ हो रही है, जबकि हम खुद को खुद ज्यादा कष्ट दे रहे हैं दूसरों से भी। वो उन्होंने है तो नहीं। एक बार गाली निकाली, तो हम तो रोज ही निकाल रहे हैं अपने आप को गालियां, वो बात याद कर करके। तो कष्ट कौन दे रहा है हमें, हम दे रहे हैं कि वो दे रहे हैं? लेकिन ये बात समझ में नहीं आती है, फिर 10 लोगों को बताएंगे कि ऐसा हो गया, वैसा हो गया, वैसा हो गया। तो कौन कौन उन बातों को रिवाइज कर करके बार बार कौन गालियां दे रहा है? खुद को हम ही दे रहे हैं। सही तो बात है इसलिए मैम। काम करना पड़ेगा, काम किए बिना छुटकारा नहीं है। आज करो, कल करो, 10 साल बाद करो, अगले जन्म में करो, करना तो पड़ेगा, नहीं तो यही अकाउंट आगे चलेंगे फिर। थैंक यू, थैंक यू, थैंक यू।